अस्सलाम वालेकुम, सत श्री अकाल और आदाब। दोस्तों, 2 दिन वीडियो नहीं कर सकिया। ਉਹਦੀ ਵਜ੍ਹਾ ਜ਼ਾਹਿਰ ਇੰਟਰਨੈਟ ਦੇ ਮਸਾਇਲ ਨੇ ਤੁਹਾਨੂੰ ਬਦਲ ਵੀ ਕਰਦੇ ਨੇ ਔਰ ਰੁਕਾਵਟ ਵੀ ਪੈਦਾ ਕਰਦੇ ਨੇ। ਖੈਰ, ਅੱਜ ਇੱਕ ਦੋਸਤ ਦਾ ਬਹੁਤ ਇਸਰਾਰ ਸੀ ਔਰ ਮੌਜ਼ੂ ਵੀ ਬੜਾ ਅਹਿਮ, ਇਸ ਵਾਸਤੇ ਮੈਂ ਕਿਹਾ ਇਹ ਵੀਲੌਗ ਜ਼ਰੂਰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਚਾਹੀਦਾ। ਗੱਲ ਇਹ ਕਿ ਮੁਸਲਿਮ ਲੀਗ ਨੂਨ ਦੇ ਜਿਹੜੇ ਕਾਇਦ ਨੇ ਮੀਆਂ ਨਵਾਜ਼ ਸ਼ਰੀਫ, ਉਹਨਾਂ ਨੇ ਇੱਕ ਤਜਵੀਜ਼ ਦਿੱਤੀ ਉਹਨਾਂ ਨੇ ਕਿ ਜੋ ਮੁਲਕ ਦੇ ਵਿੱਚ ਬੁਹਰਾਨ ਹੈ ਇਹਦੇ ਵਿੱਚ ਮੁਸ਼ਤਰਕਾ ਔਰ ਮਜ਼ਬੂਤ ਫੈਸਲੇ ਕਰਨ ਵਾਸਤੇ ਅਪੋਜੀਸ਼ਨ ਦੇ ਨਾਲ, ਹਕੂਮਤੀ ਇਤਿਹਾਦੀ ਪਾਰਟੀਆਂ ਨਾਲ ਅਤੇ ਇਦਾਰਿਆਂ ਦੇ ਨਾਲ ਬਾਤਚੀਤ ਦਾ ਇੱਕ ਵੱਡਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਕੀਤਾ ਜਾਵੇ। ਅੱਛਾ, ਜੋ ਸਿਆਸੀ ਤਕਸੀਮ ਔਰ ਸਿਆਸੀ ਇੰਤਕਾਮ, ਕਾਨੂੰਨੀ ਕਾਰਵਾਈਆਂ, ਹਕੂਮਤ ਦੇ ਵਿੱਚ ਤਫਰੀਕ, ਅਪੋਜੀਸ਼ਨ ਦਾ ਇੰਤਸ਼ਾਰ, ਇਹ ਸਾਰੀਆਂ ਚੀਜ਼ਾਂ ਨੂੰ ਵੇਖੋ तो ये लगता है तजवीज़ बड़ी दानिशमंदाना है और अमूमी तौर पर इनका तासुर बहुत अच्छा है। पर गल सिर्फ इन्नी नहीं हैगी, ये गल किसी होर पासे भी टुटती है कि ये इनकी नौबत क्यों आई। नौबत ये आई है कि इनके तजवीज़ तो बाद एहसन इकबाल जिहड़े पार्टी के बड़े अहम रहनुमा ने ते ख्वाजा आसफ, उन्होंने मुखालफत की। ਇਹ ਪਾਰਟ ਜਦੋਂ ਇਸ ਮਾਡਲ ਟਾਊਨ ਦੇ ਵਿੱਚ ਇਹ ਮੀਟਿੰਗ ਹੋਈ, ਉਹਨਾਂ ਨੇ ਕਿਹਾ ਕਿ ਤੁਸੀਂ ਠੀਕ ਹੈ ਕਰੋ ਦੂਜੀਆਂ ਪਾਰਟੀਆਂ ਨਾਲ ਔਰ ਇਦਾਰਿਆਂ ਨਾਲ ਗੱਲਬਾਤ, ਲੇਕਿਨ PTI ਦੇ ਨਾਲ ਗੱਲਬਾਤ ਦੇ ਅਸੀਂ ਮੁਖਾਲਫ ਹਾਂ। ਅੱਛਾ, ਇਹ ਦੋਵੇਂ ਬੜੇ ਅਹਿਮ ਰਹਿਨੁਮਾ ਨੇ ਮੁਸਲਿਮ ਲੀਗ ਨੂਨ ਦੇ ਔਰ ਪਾਰਟੀ ਇਜਲਾਸਾਂ 'ਚ ਮੀਆਂ ਨਵਾਜ਼ ਸ਼ਰੀਫ ਦੀ ਜਿਹੜੀ ਰਾਏ ਹੁੰਦੀ ਉਹਦੇ 'ਤੇ ਅਸਰ ਅੰਦਾਜ਼ ਵੀ ਹੁੰਦੇ ਨੇ ਕਿਸੇ ਸੱਦਾ ਦਾ। ਅਤੇ ਮੈਨੂੰ ਇਹ ਹੈਰਤ ਹੋਈ ਕਿ ਹਰ ਮਾਮਲੇ ਦੇ ਉੱਤੇ ਕਾਇਦ ਦੀ ਆਵਾਜ਼ ਅਤੇ ਲੱਬੈਕ ਕਹਿਣ ਵਾਲੇ ਇਹ ਕਿਉਂ ਇਹਨਾਂ ਨੇ ਇੰਝ ਕਿਹਾ, ਜ਼ਾਹਿਰ ਇਹਦੀ ਕੋਈ ਵਜ੍ਹਾ ਹੋਵੇਗੀ। ਫਿਰ ਇੱਕ ਹੋਰ ਆਵਾਜ਼ ਬੜੀ ਮਜ਼ਬੂਤ ਹੈ ਮੁਸਲਿਮ ਲੀਗ ਨੂਨ ਦੇ ਪਾਰਟੀ ਹਲਕਿਆਂ ਦੇ ਵਿੱਚ, ਉਹ ਹੈ ਰਾਣਾ ਸਨਾਉੱਲਾ ਦੀ। ਅਤੇ ਰਾਣਾ ਸਨਾਉੱਲਾ ਨੇ ਇਹਦੇ ਉੱਤੇ ਲੋਕਾਂ ਨੂੰ ਦੱਸਿਆ ਹੋਵੇ, ਮੀਡੀਆ ਨੂੰ, ਕਿ ਜਿਹੜੇ ਮਹਿਮੂਦ ਅਚਕਜ਼ਈ ਸਾਹਿਬ ਦੇ ਨਾਲ ਮੁਜ਼ਾਕਰਾਤ ਦੀ ਗੱਲ ਹੈ ਨਾ, ਉਹ PTI ਤੋਂ ਵੱਖਰੀ ਗੱਲ ਹੈ। PTI ਦੇ ਮਾਮਲਾਤ ਦੇ ਨਾਲ ਉਹਦਾ ਕੋਈ ਲੈਣ ਦੇਣ ਨਹੀਂ ਹੈਗਾ। ਯਾਨੀ ਉਹਨਾਂ ਨੇ ਉਹ ਤਫਰੀਕ ਇੱਕ ਕਰ ਦਿੱਤੀ ਕਿ ਅਚਕਜ਼ਈ ਅਲੱਗ ਇੱਕ ਸ਼ਖਸੀਅਤ ਔਰ ਹੈਸੀਅਤ ਦੇ ਮਾਲਕ ਨੇ। ਉਹ PTI ਜਿਹੜੀ ਉਹਨਾਂ ਨੂੰ ਸਮਝਦੀ ਹੈ ਕਿ ਸਾਡੇ ਬਿਹਾਫ ਦੇ ਉੱਤੇ ਗੱਲਬਾਤ ਕਰਨ ਹਕੂਮਤ ਨਾਲ ਜਾਂ ਐਸਟੈਬਲਿਸ਼ਮੈਂਟ ਦੇ ਨਾਲ, ਅਤੇ ਅਸਲ ਇਹ ਗੱਲ ਨਹੀਂ ਹੈਗੀ। ਇਹ ਇੱਕ ਮੈਸੇਜ ਦਿੱਤਾ ਗਿਆ। ਦੂਸਰਾ ਇਹ ਵੇ ਕਿ ਜਿਹੜਾ ਮੁਸਲਿਮ ਲੀਗ ਨੂਨ ਦੇ ਨੇ ਰਾਬਤੇ ਕੀਤੇ ਨੇ ਮੌਲਾਨਾ ਫਜ਼ਲ ਰਹਿਮਾਨ ਦੇ ਨਾਲ, ਅਤੇ ਮੌਲਾਨਾ ਫਜ਼ਲ ਰਹਿਮਾਨ ਦੇ ਨਾਲ ਗੁਫ਼ਤਗੂ ਕਿੰਨੀ ਕੁ ਅੱਗੇ ਵਧੀ ਔਰ ਉਹਦੇ ਵਿੱਚੋਂ ਕੀ ਕੱਢਣਾ ਚਾਹੁੰਦੇ ਨੇ। ਆਸਫ ਜ਼ਰਦਾਰੀ ਸਾਹਿਬ ਨੇ ਜਿਹੜੀ ਬੰਦੂਕ ਦਿੱਤੀ ਹੈ ਤੋਹਫਾ, ਉਹ ਬੰਦੂਕ ਦਰਅਸਲ ਕੀ ਹੈਗੀ। ਅਤੇ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਕਿਸ ਪਾਸੇ ਜਾਂਦੀਆਂ ਨੇ। ਯਾਨੀ ਇੱਕ ਤਜਵੀਜ਼ ਮੀਆਂ ਨਵਾਜ਼ ਸ਼ਰੀਫ ਦੀ ਅਸੀਂ ਜਿਹੜੀ ਪਹਿਲੇ ਗੱਲ ਕੀਤੀ ਆ ਗਈ ਕਿ ਸਾਰੀਆਂ ਸਿਆਸੀ ਜਮਾਤਾਂ ਬਸ਼ਮੂਲ ਜ਼ਾਹਿਰ ਹੈ PTI ਅਤੇ ਇਦਾਰਿਆਂ ਦੇ ਦਰਮਿਆਨ ਮੁਫਾਹਮਤੀ ਅਮਲ ਕੀ ਹੁੰਦਾ ਹੈ ਸਾਡੇ ਹਾਂ, ਇਹਨੂੰ ਬੜਾ ਸਥੀ ਲਿਆ ਜਾਂਦਾ। ਜਦੋਂ ਵੀ ਮਾਜ਼ੀ ਦੇ ਵਿੱਚ ਗੱਲ ਹੋਈ ਨਾ, ਜਿਹੜੇ ਵੱਡੇ ਜੁਗਾਦਰੀ ਕਿਸਮ ਦੇ ਸਿਆਸਤਦਾਨ ਅਤੇ ਦਾਨਿਸ਼ਵਰ ਪਾਰਲੀਮੈਂਟ 'ਚ ਬਹਿੰਦੇ ਨੇ ਜਾਂ ਬਾਹਰ ਗੱਲ ਕਰਦੇ ਨੇ ਪਾਰਲੀਮੈਂਟ ਦੇ ਅਮੂਰ 'ਚ, ਉਹ ਹਮੇਸ਼ਾ ਇਹੀ ਰਹਿੰਦੇ ਨੇ ਕਿ ਜਿਹੜਾ ਮੌਜੂਦਾ ਬੁਹਰਾਨ ਹੁੰਦਾ ਉਹਦੇ ਵਿੱਚ ਹੀ ਕੋਈ ਆਸਾਨ ਜਿਹਾ ਜਿਹੜਾ ਵੇ ਆਊਟ ਲੱਭਣ ਨੂੰ ਉਹ ਕਹਿ ਦਿੰਦੇ ਨੇ ਮੁਫਾਹਮਤ। ਇਹ ਮੁਫਾਹਮਤੀ ਅਮਲ ਹੈ। ਜਦਕਿ ਮੈਂ ਸਮਝਦਾ ਹਾਂ ਕਿ ਮੁਫਾਹਮਤੀ ਅਮਲ ਇੱਕ ਵੱਡੇ ਪੈਮਾਨੇ 'ਤੇ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਆਮ ਤੌਰ 'ਤੇ ਜਿਹੜੀ ਫਾਲਟ ਲਾਈਨਸ ਸਾਨੂੰ ਅਸ਼ਰਿਆਂ ਦੇ ਵਿੱਚ, ਦਹਾਈਆਂ ਦੇ ਵਿੱਚ ਨਜ਼ਰ ਆਈ, ਉਹਨਾਂ ਫਾਲਟ ਲਾਈਨਸ ਨੂੰ ਐਡਰੈਸ ਕੀਤਾ ਜਾਵੇ, ਤੈਅ ਕੀਤਾ ਜਾਵੇ ਕਿ ਮੁਲਕ ਦੇ ਵਿੱਚ ਨਿਜ਼ਾਮ ਕਿਹੜਾ ਚੱਲਦਾ ਹੈ, ਅਤੇ ਫਿਰ ਉਸ ਨਿਜ਼ਾਮ ਵਾਸਤੇ ਸਾਰੇ ਇਦਾਰੇ ਔਰ ਸਿਆਸੀ ਪਾਰਟੀਆਂ ਜਿਹੜੀਆਂ ਨੇ ਯਕਸੂ ਹੋਣ। ਔਰ ਇੱਕ ਮਾਮਲਾ ਕਿ ਇੱਥੇ ਜਦੋਂ ਵੀ ਨਿਜ਼ਾਮ ਦੀ ਗੱਲ ਕੀਤੀ ਜਾਂਦੀ ਹੈ ਅਤੇ ਨਾ ਤਾਂ ਗਰੀਬ ਦਾ ਲਿਆ ਜਾਂਦਾ ਹੈ, ਲੇਕਿਨ ਪਾਲਿਸੀਜ਼ ਬਣਾਈਆਂ ਜਾਂਦੀਆਂ ਅੱਪਰ ਤਬਕਾਤ ਦੇ ਨਾਲ, ਬਲਾਈ ਤਬਕਾਤ ਦੇ ਨਾਲ, ਅਤੇ ਇਹਦੇ ਬਜਾਏ ਅਮਲੀ ਤੌਰ 'ਤੇ ਪਾਲਿਸੀਜ਼ ਦੇ ਵਿੱਚ ਗਰੀਬ ਲੋਕਾਂ ਨੂੰ, ਥਰਡ ਕਲਾਸ ਦੇ ਲੋਕ ਜਿਹੜੇ ਨੇ, ਲੋ ਇਨਕਮ ਲੋਕ ਨੇ, ਸਮਾਜੀ ਤੌਰ 'ਤੇ ਜਿਹੜੇ ਪਸਮਾਨਦਾ ਨੇ, ਉਹਨਾਂ ਨੂੰ ਸ਼ਾਮਿਲ ਕੀਤਾ ਜਾਵੇ। ਅਤੇ ਫਿਰ ਤਾਂ ਅਸੀਂ ਮੰਨੀਏ ਕਿ ਮੁਫਾਹਮਤ ਦਾ ਅਮਲ ਹੈ। ਮੁਫਾਹਮਤ ਦਾ ਅਮਲ ਸਿਰਫ ਸਮਾਜੀ ਸਤ੍ਹਾ 'ਤੇ ਨਹੀਂ, ਇਹ ਸਿਆਸੀ ਸਤ੍ਹਾ 'ਤੇ ਨਹੀਂ, ਇਹ ਸਮਾਜੀ ਸਤ੍ਹਾ ਦੇ ਉੱਤੇ ਵੀ ਚਾਹੀਦਾ ਔਰ ਮਾਸ਼ੀ ਸਤ੍ਹਾ ਦੇ ਉੱਤੇ ਵੀ ਚਾਹੀਦਾ ਕਿ ਅਪਰਚੂਨਿਟੀਜ਼ ਜਿਹੜੀਆਂ ਫਾਇਦੇ ਦੀਆਂ, ਮੁਨਾਫੇ ਦੀਆਂ ਨੇ, ਰਿਆਸਤ ਦੇ ਜੋ ਦਿੰਦੀ ਹੈ ਆਪਣੇ ਸ਼ਹਿਰੀਆਂ ਨੂੰ, ਉਹਦੇ ਤੋਂ ਫਾਇਦਾ ਉਠਾਉਣ ਦਾ ਹੱਕ ਸਿਰਫ ਇਹ ਉਹਨਾਂ ਲੋਕਾਂ ਨੂੰ ਨਹੀਂ ਹੈਗਾ ਜਿਹੜੇ ਪਾਰਲੀਮੈਂਟ 'ਚ ਨੇ ਅਤੇ ਜਿਨ੍ਹਾਂ ਦੇ ਖਾਨਦਾਨ ਪਾਰਲੀਮੈਂਟ 'ਚ ਨੇ ਔਰ ਜਿਨ੍ਹਾਂ ਦੀ ਅਜ਼ੀਜ਼ਦਾਰੀਆਂ ਪਾਰਲੀਮੈਂਟ 'ਚ ਨੇ।
ਤੇ ਇਹ ਜਿਹੜਾ ਹੈ, ਇਹ ਮੁਫਾਹਮਤ ਦਾ ਅਮਲ ਜਿਹੜਾ ਇਹ ਇਸ ਤਰ੍ਹਾਂ ਇੱਕ ਨਵੇਂ ਸਿਰੇ ਤੋਂ ਹੋਣਾ ਚਾਹੀਦਾ ਔਰ ਜਾਮੇ ਕਿਸਮ ਦਾ ਹੋਣਾ ਚਾਹੀਦਾ। ਅੱਛਾ, ਫਿਰ ਮੈਂ ਇਹ ਅੰਦਾਜ਼ਾ ਲਾਇਆ ਕਿ ਹਕੂਮਤ ਨੂੰ ਜਾਂ ਮੀਆਂ ਨਵਾਜ਼ ਸ਼ਰੀਫ ਨੂੰ ਇਹ ਲੋੜ ਕਿਉਂ ਪਈ ਹੈ ਤਜਵੀਜ਼ ਦੇਣ ਦੀ। ਇਹਦੀਆਂ ਦੋ ਤਿੰਨ ਚੀਜ਼ਾਂ ਨੇ। ਇੱਕ ਤਾਂ ਇਹ ਕਿ ਪਾਰਲੀਮੈਂਟ ਦੇ ਵਿੱਚ ਕੋਈ ਕਾਨੂੰਨ ਸਾਜ਼ੀ ਨਵੀਂ ਕਰਨਾ ਚਾਹੁੰਦੇ ਨੇ ਅਤੇ ਉਹਨਾਂ ਨੂੰ ਉੱਥੇ ਉਸ ਕਾਨੂੰਨ ਸਾਜ਼ੀ ਵਾਸਤੇ ਜਾਂ ਤਰਮੀਮ ਵਾਸਤੇ ਮਤਲੂਬਾ ਵੋਟ ਨਹੀਂ ਉਹਨਾਂ ਦੇ ਕੋਲ ਹੈਗੇ, ਅਤੇ ਉਹ ਚਾਹੁੰਦੇ ਨੇ ਅੰਗੇਜ ਕਰਕੇ ਬਾਕੀ ਜਮਾਤਾਂ ਨੂੰ ਅਤੇ ਉਹ ਵੋਟ ਲੈ ਜਾਣ। ਕਿਸੇ ਵੀ ਤਰੀਕੇ ਨਾਲ ਅੰਗੇਜ ਕੀਤਾ ਜਾਵੇ, ਉਹਨਾਂ ਨੂੰ ਕੋਈ ਤਰਗੀਬ ਦਿੱਤੀ ਜਾਵੇ, ਕੋਈ ਬਰਾਈਬ ਕੀਤਾ ਜਾਵੇ, ਕੋਈ ਫਾਇਦਾ ਦਿੱਤਾ ਜਾਵੇ, ਕੋਈ ਮੁਆਇਦਾ ਕੀਤਾ ਜਾਵੇ, ਕੋਈ ਉਹਨਾਂ ਨੂੰ ਜਮਹੂਰੀਅਤ ਦਾ ਵਾਸਤਾ ਦਿੱਤਾ ਜਾਵੇ, ਕੋਈ ਸਿਸਟਮ ਦਾ ਵਾਸਤਾ ਦਿੱਤਾ ਜਾਵੇ, ਮੁਲਕ ਦੇ ਵਿੱਚ ਬੁਹਰਾਨ ਜਿਹੜਾ ਉਹਦਾ ਵਾਸਤਾ ਦਿੱਤਾ ਜਾਵੇ ਕਿਸੇ ਵੀ ਤਰੀਕੇ ਨਾਲ। ਦੂਸਰਾ ਇਹ ਵੀ ਕਿ ਇਹ ਇੱਕ ਨਵੀਂ ਹਿਕਮਤ ਅਮਲੀ ਵੀ ਹੋ ਸਕਦੀ ਹੈ ਕਿ ਆਪਣੇ ਬੰਦਿਆਂ ਨੂੰ ਕਿਹਾ ਜਾਵੇ ਕਿ ਨਹੀਂ, ਅਸੀਂ PTI ਦੇ ਨਾਲ ਗੱਲ ਨਹੀਂ ਕਰਨੀ, ਅਤੇ ਇਸ ਤਰ੍ਹਾਂ PTI ਦੇ ਉੱਤੇ ਇੱਕ ਦਬਾਅ ਲਿਆਂਦਾ ਜਾਵੇ ਔਰ ਉਸ ਦਬਾਅ ਦੇ ਨਤੀਜੇ ਦੇ ਵਿੱਚ ਉਹ ਮਜਬੂਰ ਹੋਵੇ ਮੌਲਾਨਾ ਫਜ਼ਲ ਰਹਿਮਾਨ ਦੀਆਂ ਸ਼ਰਾਇਤ ਮੰਨਣ 'ਚ, ਜਿਹੜੇ ਕਿ ਦੱਸਿਆ ਜਾ ਰਿਹਾ ਵੇ ਕਿ ਉਹ ਸੈਨੇਟ ਦੀਆਂ 2 ਸੀਟਾਂ ਮੰਗਣ ਡਏ ਨੇ KPK ਦੇ ਵਿੱਚੋਂ। ਅਗਰ ਵੈਸੇ ਹਾਲਾਤ ਹੋਣ ਤਾਂ ਮੌਲਾਨਾ ਨੂੰ ਸ਼ਾਇਦ 1 ਸੀਟ ਵੀ ਨਾ ਮਿਲੇ, ਲੇਕਿਨ ਉਹ ਤਹਿਰੀਕ ਇਨਸਾਫ ਦਾ ਫੇਵਰ ਕਰਕੇ ਸਿਆਸੀ ਸਤ੍ਹਾ ਦੇ ਉੱਤੇ ਉਹਦੀ ਹਮਾਇਤ ਕਰਕੇ ਅਤੇ ਪਾਰਲੀਮੈਂਟ ਦੇ ਵਿੱਚ ਉਹਨੂੰ ਹਮਾਇਤ ਦਾ ਯਕੀਨ ਦਵਾ ਕੇ 2 ਸੀਟਾਂ ਲੈਣਾ ਚਾਹੁੰਦੇ ਨੇ। ਅਤੇ ਇਹ ਅਗਰ ਇੱਧਰੋਂ ਥੋੜ੍ਹਾ ਜਿਹਾ ਪ੍ਰੈਸ਼ਰ ਹੋਵੇਗਾ ਕਿ ਠੀਕ ਅਸੀਂ ਗੱਲਬਾਤ ਤਾਂ ਕਰਾਂਗੇ, ਪਰ 2 ਸੀਟਾਂ ਜਿਹੜੀਆਂ ਨੇ ਉਹ ਫਿਰ ਪ੍ਰੈਸ਼ਰ 'ਚ ਆ ਕੇ ਮੌਲਾਨਾ ਨੂੰ ਦੇ, ਇਹ ਇੱਕ ਖੇਲ ਵੀ ਹੋ ਸਕਦਾ ਹੈ। ਇਹ ਮੈਂ ਮਕਸਦ ਦੱਸਣ ਡਿਆ ਕਿ ਮੀਆਂ ਨਵਾਜ਼ ਸ਼ਰੀਫ ਜਿਹੜੇ ਨੇ ਇਹ ਕਿਸ ਤਰ੍ਹਾਂ ਕਰਨ ਡਏ। ਫਿਰ ਇਹ ਮੁਲਕ ਨੂੰ ਬੁਹਰਾਨ ਤੋਂ ਕੱਢਣ ਦਾ ਇੱਕ ਮੁਸ਼ਤਰਕਾ ਫੈਸਲੇ ਦੱਸੇ ਜਾ ਰਹੇ ਨੇ ਕਿ ਅਗਰ ਸਿਆਸੀ ਜਮਾਤਾਂ ਨਾਲ ਇਦਾਰੇ ਨਾਲ ਮਿਲ ਕੇ, ਲੇਕਿਨ ਸਿਆਸੀ ਜਮਾਤਾਂ ਨਾ ਤਾਂ ਪਿਛਲੇ ਅਸੀਂ ਦੇਖੇ ਨੇ ਮੁਆਹਦੇ ਜਿਹੜੇ 2-4 ਉਹਦੇ ਆਪਣੇ ਮੁਆਹਦੇ 'ਤੇ ਕਾਰਬੰਦ ਰਹੀਆਂ। ਫਿਰ ਇਹ ਗੱਲ ਨਹੀਂ ਹੈਗੀ ਕਿ ਅਗਰ ਇਹਦੇ ਵਿੱਚ ਇਦਾਰੇ ਜਿਹੜੇ ਨੇ ਉਹ ਇਨਵੋਲਵ ਹੁੰਦੇ ਨੇ ਅਤੇ ਇਦਾਰਿਆਂ ਵੱਲੋਂ ਗਰੰਟੀ ਕੌਣ ਦੇ, ਇਦਾਰੇ ਕੀ ਗਰੰਟੀ ਕਰਨਗੇ, ਇਹ ਗੱਲ ਹੈ। ਯਾਨੀ ਸਿਵਲ ਮਿਲਟਰੀ ਰਿਲੇਸ਼ਨਸ ਦੀ ਗੱਲ ਹੈਗੀ, ਔਰ ਇਹ ਸਿਵਲ ਮਿਲਟਰੀ ਰਿਲੇਸ਼ਨਸ ਨੂੰ ਅਮੂਮੀ ਤੌਰ 'ਤੇ ਲੋਕ ਹਕੂਮਤ ਅਤੇ ਇਦਾਰਿਆਂ ਦੀ ਗੱਲ ਮਿਲਟਰੀ ਦੀ ਸਮਝਦੇ ਨੇ। ਮੇਰਾ ਖਿਆਲ ਹੈ ਕਿ ਇਹਦੇ ਵਿੱਚ ਹਕੂਮਤ, ਅਪੋਜੀਸ਼ਨ ਔਰ ਮਿਲਟਰੀ ਇਹ ਸ਼ਾਮਲ ਨੇ। ਫਿਰ ਇੱਕ ਅਹਿਮ ਜਿਹੜੀ ਗੱਲ ਹੈ, ਅਸੀਂ ਉਹ ਕਿਉਂ ਭੁੱਲਣ ਰਹੇ ਹਾਂ ਕਿ ਜਿਹੜੀ ਬਿਊਰੋਕਰੇਸੀ ਮੁਲਕ ਦੇ ਜ਼ਿਆਦਾ ਮਸਾਇਲ ਦੀ ਵਜ੍ਹਾ ਉਹ ਹੈ, ਅਤੇ ਬਿਊਰੋਕਰੇਸੀ ਨੂੰ ਬਾਹਰ ਰੱਖ ਕੇ ਕਿਵੇਂ ਅੱਜ ਵੀ ਮੁਲਕ ਬੁਹਰਾਨ 'ਚ ਅਗਰ ਹੈਗਾ ਵੀ ਸਿਆਸਤਦਾਨ ਕੁਰਬਾਨੀਆਂ ਲੋਕਾਂ ਦੀ ਤਨਕੀਦ ਦੀ ਵਜ੍ਹਾ ਨਾਲ ਮਜਬੂਰ ਹੋ ਕੇ ਅਗਰ ਦੇਣ ਨੂੰ ਤਿਆਰ ਨੇ, ਲੇਕਿਨ ਬਿਊਰੋਕਰੇਸੀ ਤਾਂ ਨਹੀਂ ਤਿਆਰ ਹੈਗੀ। ਹਕੂਮਤ ਨੇ ਹੁਣ ਤੱਕ ਜਿੰਨੇ ਸ਼ਬਾਸ਼ੀ ਹਕੂਮਤ ਦੇ ਬੰਦੇ ਕੱਢਣ ਦੀ ਗੱਲ ਕੀਤੀ ਜਾਂ ਕੱਢੇ ਨੇ, ਉਹ ਗ੍ਰੇਡ 1 ਤੋਂ ਲੈ ਕੇ ਤੇ 16 ਤੱਕ ਦੇ ਬੰਦੇ ਕੱਢ ਰਹੀ, ਔਰ ਉਹਨਾਂ ਅਦਾਰਿਆਂ 'ਤੇ ਹੱਥ ਪਾ ਰਹੀ ਜਾਂ ਉਹਨਾਂ ਨੂੰ ਪ੍ਰਾਈਵੇਟ ਕਰਨ ਲਈ ਹੈ ਜਿੱਥੇ ਜ਼ਿਆਦਾ ਤਾਦਾਦ ਇਹਨਾਂ ਲੋਕਾਂ ਦੀ। ਜਿਹੜੇ ਉੱਥੋਂ ਦੇ ਅਫਸਰ ਨੇ, ਬਿਊਰੋਕਰੇਟਸ ਨੇ, ਉਹਨਾਂ ਦੀ ਮੁਰਾਦ ਘੱਟ ਕਰਨ ਦਾ ਕੋਈ ਫੈਸਲਾ ਨਹੀਂ ਨਜ਼ਰ ਆਇਆ ਸਾਨੂੰ। ਸੋ ਇਹ ਗੱਲ ਹੈ ਕਿ ਇਹ ਜਿਹੜੀ ਮੁਫਾਹਮਤ ਦੀ ਗੱਲ ਕੀਤੀ ਜਾਂਦੀ ਨਾ, ਮੇਰਾ ਖਿਆਲ ਹੈ ਕਿ ਇਹਨੂੰ ਹਕੀਕਤ ਪਸੰਦ ਹੋਣਾ ਚਾਹੀਦਾ ਹੈ ਔਰ ਰਿਆਸਤ ਦਾ ਮਫਾਦ ਸਾਹਮਣੇ ਰੱਖ ਕੇ ਹੋਣਾ ਚਾਹੀਦਾ ਹੈ। ਤਰਜੀਹਾਤ ਜ਼ਾਹਿਰ ਹੈ ਹਕੂਮਤ ਦੀਆਂ ਹੋਣਗੀਆਂ, ਹਕੂਮਤ ਦੀ ਜੋ ਤਰਜੀਹ ਹੋਏਗੀ ਇਦਾਰੇ ਵੀ ਉਸੇ ਤਰੀਕੇ ਨਾਲ ਕੰਮ ਕਰਨਗੇ, ਉਹ ਹਕੂਮਤ ਦੇ ਅੰਡਰ ਨੇ। ਅਤੇ ਅਗਰ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਵਾਕਈ ਸਮਝਦੇ ਨੇ ਕਿ ਸਿਆਸੀ ਮੁਫਾਹਮਤ ਦੇ ਨਾਲ ਮੁਲਕ ਨੂੰ ਬੁਹਰਾਨ ਤੋਂ ਕੱਢਿਆ ਜਾ ਸਕਦਾ ਹੈ, ਅਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹਦੇ ਵਾਸਤੇ ਕੋਈ ਐਸਾ ਐਲਾਨ ਕਰਨਾ ਪਏਗਾ ਜਿਹੜਾ ਪ੍ਰੈਕਟੀਕਲ ਵੀ ਹੋਵੇ। ਅਤੇ ਜੀਂਦੇ ਰਹੋ, ਵਸਦੇ ਰਹੋ।